ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਵਡਭਾਗੇ ਹਾਂ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਪਰਮਾਤਮਾ ਦੀ ਕੀਰਤੀ ਵਿੱਚ ਆਪਣੇ ਮਨ ਨੂੰ ਜੋੜ ਕੇ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕੀਤਾ ਹੈ। ਨਿਤਾ ਪ੍ਰਤੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਵਿਚਾਰ ਅਸੀਂ ਸਰਵਣ ਕਰ ਰਹੇ ਹਾਂ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਅੱਜ ਅਸੀਂ 25ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਦਾਸ ਨੇ ਆਰੰਭਕ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਇਸ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਉਹਦਾ ਦਾਤਾਰ ਬਹੁਤ ਵੱਡਾ ਹੈ। ਉਹ ਪਰਮਾਤਮਾ ਬਹੁਤ ਉੱਚਾ ਹੈ ਤੇ ਉਸ ਉੱਚੇ ਦੇ ਨਾਲ ਲੱਗ ਕੇ, ਉਸ ਉੱਚੇ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਵਾ ਉਹ ਪਾਤਸ਼ਾਹ ਦਾ ਮਾਲਕ ਬਣ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇਸ ਪੌੜੀ ਦੀ ਆਰੰਭਕ ਪੰਕਤੀ ਅੰਦਰ ਉਸ ਵੱਡੇ ਦਾਤਾਰ ਨੂੰ ਉਹਦੀ ਵਡਿਆਈ ਵਿੱਚ ਬਖਸ਼ਿਸ਼ ਦੇ ਰੂਪ ਵਿੱਚ ਫਰਮਾਨ ਕਰਦੇ ਹਨ ਕਿ ਹੇ ਭਾਈ, ਬਹੁਤਾ ਕਰਮ ਲਿਖਿਆ ਨਾ ਜਾਏ। ਇੱਥੇ ਦੋ ਸ਼ਬਦ ਆਏ ਨੇ, ਇੱਕ ਬਹੁਤਾ। ਜਦੋਂ ਵੀ ਅਸੀਂ ਪੜ੍ਹਨਾ ਹੈ ਤੇ ਬਹੁਤਾ ਨਹੀਂ ਪੜ੍ਹਨਾ। ਅਸੀਂ ਕਾਹਲੀ ਪੜ੍ਹ ਜਾਂਦੇ ਹਾਂ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਨਹੀਂ, ਇੱਥੇ ਹਾਹੇ ਦੇ ਔਂਕੜ ਇਹਦੇ ਦੋਨਾਂ ਸ਼ਬਦਾਂ ਦੇ ਵਿੱਚ ਲੱਗੀ ਹੈ। ਬੱਬਾ ਤੇ ਤੱਤੇ ਨੂੰ ਕੰਨਾ, ਇਹਦੇ ਸੈਂਟਰ ਵਿੱਚ ਹੈ ਹਾਹੇ ਨੂੰ ਔਂਕੜ। ਬਹੁਤਾ ਤੇ ਦੂਸਰਾ ਸ਼ਬਦ ਹੈ ਕਰਮ। ਕਰਮ ਸ਼ਬਦ ਗੁਰਬਾਣੀ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਵਰਤਿਆ ਗਿਆ ਹੈ। ਇਹਦੇ ਰੂਪ ਵੀ ਅਲੱਗ-ਅਲੱਗ ਨੇ। ਜਿਸ ਤਰ੍ਹਾਂ ਕਰਮੀ ਆਪੋ ਆਪਣੇ, ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਕਿ ਮਨੁੱਖ ਦੇ ਕਰਮਾਂ ਕਰਕੇ, ਉਹਦੇ ਕੀਤੇ ਹੋਏ ਕੰਮਾਂ ਕਰਕੇ, ਇਸ ਤਰ੍ਹਾਂ ਵੀ ਗੁਰਬਾਣੀ ਵਿੱਚ ਵਰਤਿਆ ਆਇਆ। ਇੱਕ ਥਾਂ ਆਇਆ ਹੈ ਜਿੱਥੇ ਅਸੀਂ ਕਰਮ ਕਾਂਡ ਕਰਦੇ ਹਾਂ। ਭਾਵ ਵੱਖ-ਵੱਖ ਥਾਵਾਂ 'ਤੇ ਇਹਦਾ ਵੱਖ-ਵੱਖ ਜਿਹੜਾ ਵਾ ਉਹ ਮਤਲਬ। ਇੱਥੇ ਜਿਹੜਾ ਇਹ ਸ਼ਬਦ ਆਇਆ ਹੈ ਇਹ ਬਖਸ਼ਿਸ਼ ਦੇ ਰੂਪ ਵਿੱਚ ਆਇਆ। ਕਰਮ ਜਿਹੜਾ ਹੈ ਇਹ ਬਖਸ਼ਿਸ਼ ਦੇ ਰੂਪ ਵਿੱਚ ਆਇਆ ਤੇ ਬਹੁਤਾ ਭਾਵ ਜ਼ਿਆਦਾ, ਵੱਡਾ, ਉੱਚਾ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਬਹੁਤਾ ਕਰਮ ਲਿਖਿਆ ਨਾ ਜਾਏ। ਉਹਦੀ ਬਖਸ਼ਿਸ਼ ਏਡੀ ਵੱਡੀ ਹੈ, ਉਹਦੀ ਬਖਸ਼ਿਸ਼ ਏਡੀ ਵਿਸ਼ਾਲ ਹੈ ਕਿ ਉਹਨੂੰ ਅਸੀਂ ਲਿਖ ਨਹੀਂ ਸਕਦੇ। ਬਹੁਤਾ ਕਰਮ ਲਿਖਿਆ ਨਾ ਜਾਏ। ਹੁਣ ਕਈ ਉਸ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਵੱਡੇ ਵੱਡੇ ਗ੍ਰੰਥ ਰਚਦੇ ਨੇ, ਉਹਦਾ ਅੰਤ ਪਾ ਲਈਏ, ਉਹਨੂੰ ਜਾਣ ਲਈਏ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਉਹ ਪਰਮਾਤਮਾ ਇੰਨਾ ਵੱਡਾ ਹੈ, ਇੰਨਾ ਵਿਸ਼ਾਲ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀਆਂ ਬਖਸ਼ਿਸ਼ਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਅਸੀਂ ਕੱਲ੍ਹ ਦੀ ਪੌੜੀ ਜਿਹੜੀ ਵਿਚਾਰ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਤੇ ਪਰਮਾਤਮਾ ਬਹੁਤਾ ਕਹੀਏ, ਬਹੁਤਾ ਹੋਏ। ਕੱਲ੍ਹ ਵਿਚਾਰ ਕੀਤੀ ਸੀ ਨਾ।
कि जिन्ना जिन्ना ਉਹਦੀ ਵਡਿਆਈ ਕਰੀ ਜਾਵਾਂਗੇ ਉਹ ਉਨਾ ਹੀ ਵੱਡਾ ਉਨਾ ਹੀ ਵਿਸ਼ਾਲ ਹੋਈ ਜਾਣਾ। ਬਹੁਤਾ ਕਹੀਏ ਬਹੁਤਾ ਹੋਏ, ਕਿਉਂਕਿ ਵੱਡਾ ਸਾਹਿਬ ਉੱਚਾ ਥਾਉ। ਇਹ ਕੱਲ ਵਿਚਾਰ ਕੀਤੀ ਸੀ। ਬੜੀ ਕਮਾਲ ਦੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਅੰਦਰ परमात्मा की वडियाई उहदी रचना की है ना। तो पहली पौड़ी उहदी विचार जिहड़ियां अगलियां पौड़ियां करदियां ने, ते जिहड़ियां अगलियां अगे पौड़ियां जिहड़ियां आउंदियां ने वो पिछलियां पौड़ियां विचार करदियां ने। हुण असीं ये पौड़ी 25ਵੀਂ पौड़ी की विचार कर रहे हैं, तो इस पौड़ी की जिहड़ी विचार है पिछलियां पौड़ियां करदियां पईयां ने। इस पौड़ी नूं ਜਿਹੜੀਆਂ ਅਸੀਂ ਉਦਾਹਰਨਾਂ ਲੈਂਦੇ ਹਾਂ, ਉਹ ਉਦਾਹਰਨਾਂ ਜਿਹੜੀਆਂ ਨੇ ਉਹ ਪਿਛਲੀਆਂ ਪੌੜੀਆਂ ਦੇ ਵਿੱਚ ਮਿਲਦੀਆਂ ਨੇ, ਇਹਨੂੰ ਖੋਲ੍ਹਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਵੱਡਾ ਹੈ ਤੇ ਉਹਦੀ ਦਾਤ ਵੀ ਬੜੀ ਵਿਸ਼ਾਲ ਹੈ, ਤੇ ਉਸ ਬਹੁਤਾ ਕਰਮ ਉਹਦੀ ਬਖਸ਼ਿਸ਼ ਨੂੰ ਜਿਹੜਾ ਵਾ ਵੱਡੀ ਬਖਸ਼ਿਸ਼ ਨੂੰ ਕੋਈ ਆਪਣੇ ਲਿਖਣ ਵਿੱਚ ਨਹੀਂ ਲਿਖ ਸਕਦਾ। ਕਿਉਂ? ਅਸੀਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹਾਂ, ਮੰਨ ਲਓ ਮੇਥੋਂ ਧਨ ਹੈ, ਮੈਂ ਕਿਸੇ ਦੇ ਧਨ ਦੇ ਨਾਲ ਸਹਾਇਤਾ ਕਰ ਦਿੱਤੀ, ਤੇ ਇੱਕ ਚੀਜ਼ ਸਾਡੇ ਮਨ ਵਿੱਚ ਆਵੇਗੀ ਕਿ ਮੈਂ ਅੱਜ ਇਹਦੀ ਧਨ ਦੇ ਨਾਲ ਸਹਾਇਤਾ ਕੀਤੀ ਹੈ ਨਾ, ਮੈਂ ਇਹਦੇ ਤੋਂ ਤਾਂ ਨਹੀਂ ਲੋਚਦਾ, ਪਰ ਪ੍ਰਮਾਤਮਾ ਕੋਲ ਲੋਚਦਾ ਕਿ ਮੇਰੇ ਜਿਹੜਾ ਵਾ ਉਹ ਝੋਲੀ ਵਿੱਚ ਹੋਰ ਧਨ ਪਵੇ, ਮੈਂ ਹੋਰ ਜਿਹੜਾ ਵਾ ਉਹ ਧਨ ਕਮਾਵਾਂ ਤੇ ਮੈਂ ਹੋਰ ਵੰਡਾਂ। ਲਾਲਚ ਆ ਗਿਆ ਨਾ, ਤਮਾ ਆ ਗਈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਪ੍ਰਮਾਤਮਾ ਹੈ, ਜਿਹੜਾ ਬਖਸ਼ਿਸ਼ ਦਾ ਰੂਪ ਹੈ, ਜਿਹਦੀ ਬਖਸ਼ਿਸ਼ ਬੜੀ ਵੱਡੀ ਹੈ, ਉਹ ਕਿਸੇ ਨੂੰ ਦੇ ਕੇ ਤੇ ਵੱਡਾ ਦਾਤਾ ਤਿਲ ਨਾ ਤਮਾਏ। ਉਹ ਸਭ ਤੋਂ ਵੱਡਾ ਇੱਕ ਤੇ ਦਾਤਾ ਨਾ। ਅਸੀਂ ਪਿਛੇ ਪੌੜੀਆਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੜ੍ਹ ਕੇ ਆਏ ਹਾਂ ਕਿ ਦੇਂਦਾ ਦੇ ਲੈਂਦੇ ਥੱਕ ਪਾਹੇ। 24ਵੀਂ ਪੌੜੀ ਦੇ ਅੰਦਰ ਵੱਡਾ ਸਾਹਿਬ ਉੱਚਾ ਥਾਉ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਸਭ ਤੋਂ ਵੱਡਾ ਦਾਤਾ ਹੈ, ਸਾਰਿਆਂ ਤੋਂ ਵੱਡਾ। ਪਰ ਉਹ ਜਦੋਂ ਦਿੰਦਾ ਹੈ ਤੇ ਉਹਨੂੰ ਤਿਲ ਮਾਤਰ, ਹੁਣ ਤਿਲ ਕਿੰਨਾ ਕੁ ਹੁੰਦਾ, ਜਿਨ੍ਹਾਂ ਨੇ ਤਿਲ ਵੇਖੇ ਹੋਣਗੇ, ਪੰਜਾਬ ਦੇ ਵਿੱਚ ਤਿਲ ਤੇ ਗੁੜ ਜਿਹੜੇ ਉਹ ਖਾਧੇ ਜਾਂਦੇ ਸੀ। ਤਿਲਾਂ ਨੂੰ ਕੁੱਟ ਕੇ ਉਹਦੇ ਵਿੱਚ ਗੁੜ ਪਾ ਕੇ ਛਕਿਆ ਜਾਂਦਾ ਸੀ, ਤੇ ਉਹ ਤਿਲ ਛੋਟੇ ਛੋਟੇ ਹੁੰਦੇ ਸੀ, ਨਿੱਕੇ ਨਿੱਕੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਮਾਤਮਾ ਜਦੋਂ ਕਿਸੇ ਨੂੰ ਦਾਤ ਦਿੰਦਾ ਨਾ, ਉਹਨੂੰ ਤਿਲ ਜਿੰਨੀ, ਭਾਵ ਤਿਨਕਾ ਮਾਤਰ ਵੀ ਜਿਹੜੀ ਆ ਉਹਦੇ ਅੰਦਰ ਤਮਾ ਨਹੀਂ ਕਿ ਮੈਂ ਇਹਨਾਂ ਨੂੰ ਦੇ ਰਿਹਾ ਤੇ ਇਹ ਮੇਰੀ ਬੰਦਗੀ ਕਰਨ, ਮੈਂ ਇਹਨਾਂ ਨੂੰ ਦੇ ਰਿਹਾ ਤੇ ਇਹ ਮੇਰੇ ਵਾਸਤੇ ਕੁਛ ਕਰ। ਨਹੀਂ, ਪ੍ਰਮਾਤਮਾ ਨੂੰ ਐਸਾ ਕੁਝ ਨਹੀਂ ਹੈ। ਪ੍ਰਮਾਤਮਾ ਨੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਇਹ ਸਰੀਰ ਦਿੱਤਾ, ਪੰਜ ਭੂਤਕ ਸਰੀਰ ਦਿੱਤਾ, ਤੇ ਸਾਡਾ ਫਰਜ਼ ਬਣਦਾ ਕਿ ਜਿਹਨੇ ਕੁਝ ਦਿੱਤਾ ਉਹਦੀ ਵਡਿਆਈ ਕਰੀਏ। ਜੇ ਸੰਸਾਰੀ ਕੋਈ ਸਾਨੂੰ ਕੁਛ ਦੇ ਦੇਵੇ ਨਾ, ਘਰ ਵਿੱਚ ਆਟਾ ਮੁੱਕ ਜਾਵੇ ਤੇ ਗੁਆਂਢੀ ਕੋਈ ਆਟਾ ਦੇ ਦੇਵੇ, ਤੇ ਅਸੀਂ ਗੁਆਂਢੀ ਦੀ ਉਸਤਤ ਵਿੱਚ ਗੁਆਂਢੀ ਨੂੰ ਲਾਗੇ ਚਾਗੇ ਦੇ ਚਾਰ ਘਰਾਂ ਦੇ ਵਿੱਚ ਸਲਾਹੁੰਦੇ ਹਾਂ ਕਿ ਭਾਈ ਬੜਾ ਚੰਗਾ ਸੀ, ਮੇਰੇ ਘਰ ਆਟਾ ਮੁੱਕਾ, ਮੈਂ ਮੰਗਣ ਗਿਆ, ਮੈਨੂੰ ਦੇ ਦਿੱਤਾ। ਇੱਥੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਬਿਨਾਂ ਮੰਗਿਆ, ਬਿਨਾਂ ਜਾਣਿਆ, ਬਿਨਾਂ ਪਹਿਚਾਣਿਆ ਉਹ ਸਭ ਨੂੰ ਦਾਤਾਂ ਦੇਈ ਜਾ ਰਿਹਾ, ਤੇ ਉਹਦੇ ਮਨ ਅੰਦਰ ਰੱਜਾ ਮਤ ਛੋਟੀ ਜੀ ਤਿਲ ਜਿੰਨੀ ਵੀ ਮਾਤਰ ਜਿਹੜੀ ਆ ਉਹਦੇ ਅੰਦਰ ਤਮਾ ਨਹੀਂ ਹੈਗੀ ਕਿ ਮੈਨੂੰ ਕੁਛ ਵਾਪਸ ਮਿਲਣਾ, ਚਾਹੇ ਕੋਈ ਦੇ ਜਾਂ ਨਾ ਦੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਕਿ ਇਸ ਸੰਸਾਰ ਦੇ ਉੱਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕੀਤੇ ਮੰਗੇ ਜੋਧ ਅਪਾਰ। ਇਹ ਆਰੰਭਕ ਪੰਕਤੀਆਂ ਅਸੀਂ ਯਾਦ ਰੱਖਣੀਆਂ, ਬਹੁਤਾ ਕਰਮ ਤੇ ਵੱਡਾ ਦਾਤਾ। ਕਿਉਂਕਿ ਕੀਤੇ ਮੰਗੇ ਹੈ ਜੋਧ ਅਪਾਰ, ਅਨੇਕਾਂ ਕੀਤੇ, ਅਨੇਕਾਂ ਯੋਧੇ ਸਮਝਦੇ ਹੀ ਆ ਜਿਹੜੇ ਸੂਰਬੀਰ ਨੇ, ਅਨੇਕਾਂ ਯੋਧੇ ਉਹਦੇ ਦਰ ਦੇ ਉੱਤੇ ਮੰਗਤੇ ਨੇ, ਜਿਹੜੇ ਮੰਗਦੇ ਨੇ। ਕੀਤਿਆਂ ਗਣਤ ਨਹੀਂ ਵਿਚਾਰ,
ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਪੰਕਤੀ ਦੇ 4 ਅਰਥ ਨੇ ਭਾਈ ਵੀਰ ਸਿੰਘ ਨੇ ਅਲੱਗ ਕੀਤੇ ਨੇ, ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਨੇ ਟੀਕਾ ਕੀਤਾ ਗੁਰਬਾਣੀ ਦਾ, ਉਹਨਾਂ ਨੇ ਇਹਦੇ ਅਰਥ ਅਲੱਗ ਕੀਤੇ ਨੇ, ਤੇ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਇਸ ਦੇ ਅਰਥ ਥੋੜ੍ਹੇ ਜਿਹੇ ਅਲੱਗ ਨੇ। ਤਿੰਨਾਂ ਦੇ ਆਪਣੇ ਆਪਣੇ ਵਿਚਾਰ ਨੇ। ਇੱਕ ਨੇ ਲਿਖਿਆ ਕਿ ਉਹਨੂੰ ਗਿਣਤੀ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ, ਜਿੱਦਾਂ 1 ਤੋਂ ਲੈ ਕੇ 100 ਤੱਕ, 1000 ਤੱਕ। ਉਹਦੇ ਵਿਚਾਰ ਜਿਹੜੇ ਨੇ, ਉਹਦੇ ਜਿਹੜੇ ਗੁਣ ਨੇ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗਿਣਤੀ ਵਿੱਚ। ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਕਿ ਕੇਤਿਆਂ ਗਣਤ ਨਹੀਂ ਵਿਚਾਰ, ਉਹਨਾਂ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਹੜੇ ਯੋਧੇ ਨੇ, ਜਿਹੜੇ ਮੰਗਦੇ ਨੇ। ਅੱਗੇ ਇਹ ਵਿਚਾਰ ਆਉਣੀ ਆ, ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਨੇ, ਜਿਹੜੇ ਮੂਰਖ ਨੇ, ਲੋਭੀ ਨੇ, ਲਾਲਚੀ ਨੇ। ਖੈਰ, ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕੇਤੇ ਮੰਗੇ ਯੋਧ ਅਪਾਰ, ਅਨੇਕਾਂ ਉਹਦੇ ਦਰ ਦੇ ਉੱਤੇ ਯੋਧੇ ਜਿਹੜੇ ਨੇ, ਸੂਰਮੇ ਨੇ, ਉਹ ਮੰਗਦੇ ਨੇ, ਤਾਕਤ ਮੰਗਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਨਾ ਨਿਤਨੇਮ ਦੇ ਵਿੱਚ, ਵੀਰ ਅਪਾਰ ਬੜੇ ਬੜਿਆਰ ਅਬਿਚਾਰੇ ਸਾਰ ਕੀ ਧਾਰ ਪਛਈਆ, ਤੂਰਤ ਦੇਸ ਮਿਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲੇਆ, ਗਾੜੇ ਗੜਾਣ ਕੋ ਤੋੜ ਨਹਾਰ ਸੋ ਬਾਤਣ ਹੀ ਚੱਕ ਚਾਰ ਲੋਇਆ। ਵੱਡੇ ਵੱਡੇ ਯੋਧੇ, ਸੂਰਮੇ, ਜਿਹੜੀਆਂ ਗੱਲਾਂ ਦੇ ਵਿੱਚ ਮਨੁੱਖ ਨੂੰ ਲਿਆ ਕੇ ਹਰਾ ਦਿੰਦੇ ਨੇ, ਭਾਵ ਵਿਚਾਰ ਦੇ ਨਾਲ। ਬੜੇ ਬੜੇ ਸੂਰਮੇ ਬਲਵਾਨ ਜਿਹੜੇ ਨੇ, ਜਿਨ੍ਹਾਂ ਦਾ ਜ਼ਿਕਰ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹਨਾਂ ਸਵਈਆਂ ਅੰਦਰ ਕਰਦੇ ਨੇ ਕਿ ਹੇ ਭਾਈ, ਬੜੇ ਬੜੇ ਯੋਧੇ ਨੇ ਜਿਹੜੇ ਸੰਸਾਰ ਦੇ ਉੱਤੇ ਜਿੱਤਾਂ ਜਿੱਤ ਕੇ ਥਾਂ ਮੱਲ ਲੈਂਦੇ ਨੇ, ਸੰਸਾਰ ਨੂੰ ਜਿੱਤ ਲੈਂਦੇ ਨੇ। ਤੋਰਤ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਾਰਿਆਂ ਦਾ ਸਿਰ ਦਾ ਸਾਈਂ, ਸਿਰ ਨਾਇਕ, ਸਿਰ ਦਾ ਸਾਈਂ, ਖਸਮ ਨਾਇਕ, ਖਸਮ, ਸਾਰਿਆਂ ਦੇ ਸਿਰ ਦਾ ਸਾਈਂ ਜਿਹੜਾ ਨਾ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਜਕ ਅਨੇਕ, ਉਹਦੇ ਦਰ ਦੇ ਉੱਤੇ ਅਨੇਕਾਂ ਜਾਜਕ ਬੈਠੇ ਨੇ, ਮੰਗਣ ਵਾਲੇ ਬੈਠੇ ਨੇ। ਸੋ ਏਕ ਦਵਿਆ, ਦੇਣ ਵਾਲਾ ਕੌਣ ਹੈ? ਇੱਕ ਹੈ ਪਰਮਾਤਮਾ। ਸਾਰਿਆਂ ਨੂੰ ਦੇਣ ਵਾਲਾ ਇੱਕ ਹੀ ਹੈ। ਉਹਦੇ ਦਰ ਉੱਤੇ ਅਨੇਕਾਂ ਯੋਧੇ ਆਣ ਕੇ ਮੰਗਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਹੜੇ ਗਿਣੇ ਨਹੀਂ ਜਾ ਸਕਦੇ। ਕੇਤੇ ਖੱਪ ਟੁੱਟੇ ਵਿਕਾਰ, ਹੁਣ ਕਈ ਵਿਕਾਰ ਭੋਗਦੇ ਨੇ। 5 ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ 5 ਵਿਕਾਰ ਨੇ। ਕੋਈ ਆਖ ਜੇਗਾ ਵੀ ਮੈਂ ਤੇ ਕਾਮ ਨੂੰ ਤਿਆਗ ਦਿੱਤਾ, ਪਰ 4 ਜਿਹੜੇ ਹੋਰ ਕਰਮ ਨੇ ਨਾ, ਉਹਨਾਂ ਨੂੰ ਨਹੀਂ ਛੱਡਦਾ। ਇਹ ਵਿਕਾਰ ਜਿਹੜੇ ਨੇ ਨਾ, 4 ਅਗਲੇ ਵਿਕਾਰ। ਕੋਈ ਕਹਿੰਦਾ ਮੈਂ ਕ੍ਰੋਧ ਨੂੰ ਤਿਆਗ ਦਿੱਤਾ, ਕਾਮ ਨੂੰ ਤਿਆਗ ਦਿੱਤਾ। ਭਾਈ 5 ਵਿਕਾਰ ਨੇ, ਤੇ ਕਿਸੇ ਨਾ ਕਿਸੇ ਰੂਪ ਵਿੱਚ, ਲੋਭ ਦੇ ਵਿੱਚ, ਲਾਲਚ ਦੇ ਵਿੱਚ ਮਨੁੱਖ ਵਸਿਆ ਹੋਇਆ, ਫਸਿਆ ਹੋਇਆ। ਕੋਈ ਨਾ ਕੋਈ ਤੇ ਆਣ ਕੇ ਬੇਨਤੀ ਕਰ ਹੀ ਲੈਂਦਾ ਨਾ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹਨਾਂ ਵਿਕਾਰਾਂ ਦੇ ਵਿੱਚ ਕਈ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਤੇ ਖੱਪ ਟੁੱਟੇ ਵਿਕਾਰ, ਕਈ ਅਨੇਕਾਂ ਜਿਹੜੇ ਨੇ ਉਹਦੇ ਵਿਕਾਰ ਦੇ ਵਿੱਚ, ਜਿਹੜੇ ਪੈਦਾ ਕੀਤੇ ਹੋਏ ਵਿਕਾਰ ਨੇ, ਉਹਨਾਂ ਵਿੱਚ ਰੁੱਝੇ ਹੋਏ ਨੇ। ਕੇਤੇ ਲੈ ਲੈ ਮੁੱਕਰ ਪਾਹੇ, ਹੁਣ ਸਭ ਤੋਂ ਵੱਡੀ ਗੱਲ ਆ, ਰੋਜ਼ਾਨਾ ਮੰਗਦੇ ਆ ਨਾ, ਪਾਤਸ਼ਾਹ ਰਹਿਮਤ ਕਰੀ, ਪਰਿਵਾਰ ਸੁਖੀ ਹੋਵੇ, ਘਰ ਵਿੱਚ ਧਨ ਦੌਲਤ ਹੋਵੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕਈ ਐਸੇ ਮਨੁੱਖ ਨੇ ਜਿਹੜੇ ਗੁਰੂ ਦਰ ਦੇ ਉੱਤੋਂ ਲੈ ਕੇ ਮੁੱਕਰ ਜਾਂਦੇ ਨੇ, ਮੁਨਕਰ ਹੋ ਜਾਂਦੇ ਨੇ। ਭਾਵ ਪਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਬੜੇ ਬੜੇ ਧਨਾੜ ਲੋਕ ਨੇ ਜਿਨ੍ਹਾਂ ਨੇ ਕਦੇ ਸ਼ੁਕਰ ਹੀ ਨਹੀਂ ਕੀਤਾ, ਸ਼ੁਕਰਾਨਾ ਹੀ ਨਹੀਂ ਕੀਤਾ ਕਿ ਇਹ ਪਰਮਾਤਮਾ ਤੇਰੇ ਦਰ ਤੋਂ ਮੈਨੂੰ ਬੜਾ ਕੁਝ ਮਿਲਿਆ।
गुरु नानक पातशाह जी बख्शिश करते हैं कि ऐसे अनेकां ने जिहड़े उस परमात्मा को दातां लैके ते मुक्कर जाते हैं। केते लै लै मुक्कर पाहे, केते मूर्ख खाही खाहे, ते ऐसे मूढ़मती अज्ञानी लोग मूर्ख जिहड़े ने ਉਹ सदा ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਖਾਈ ਜਾਂਦੇ ਨੇ, ਖਾਹੀ ਖਾਹੇ। ਕਈ ਐਸੇ ਨੇ ਜਿਹੜੇ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਸਿਰਫ ਉਹਨਾਂ ਦੇ ਮਨ ਵਿੱਚ ਆਹ ਖਾਣਾ, ਆਹ ਚੀਜ਼ ਬਣਾਉਣੀ, ਆਹ ਸਵਾਦਿਸ਼ਟ ਹੈ। ਉਹ ਵੱਖ-ਵੱਖ ਡਿਸ਼ਾਂ ਜਿਹੜੀਆਂ ਨੇ ਤਿਆਰ ਕਰਕੇ ਸਾਰੀ ਦਿਹਾੜੀ ਖਾਈ ਜਾਂਦਾ। ਅੱਖਾਂ ਰੱਜ ਜਾਣ ਪਰ ਪੇਟ ਭਰ ਜਾਵੇ ਪਰ ਅੱਖਾਂ ਨਹੀਂ ਰੱਜਦੀਆਂ, ਸਦਾ ਖਾਈ ਜਾਂਦਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਐਸੇ ਕਈ ਮੂਰਖ ਨੇ, ਮੂੜਮਤੀ ਨੇ, ਜਿਹੜੇ ਉਸ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਹੰਡਾਉਂਦੇ ਨੇ, ਖਾਏ ਜਾਂਦੇ ਨੇ, ਪਰ ਉਹਦਾ ਸ਼ੁਕਰਾਨਾ ਨਹੀਂ ਕਰਦੇ। ਤੇ ਕੇਤਿਆਂ ਦੁੱਖ ਭੂਖ ਸਦ ਮਾਰ। ਹੁਣ ਵੇਖੋ, ਸਭ ਤੋਂ ਪਹਿਲਾਂ ਉਹਦੀ ਬਖਸ਼ਿਸ਼ ਆਈ ਨਾ, ਜਿਹੜਾ ਸਭ ਤੋਂ ਉੱਚਾ ਪਰਮਾਤਮਾ ਹੈ, ਜਿਹਦਾ ਦਰਬਾਰ ਉੱਚਾ ਹੈ, ਉਹਦੀ ਬਖਸ਼ਿਸ਼ ਆਈ ਸੀ। ਉਹਦੀ ਬਖਸ਼ਿਸ਼ ਦੇ ਵਿੱਚੋਂ ਮਨੁੱਖ ਨੇ ਕੀ ਲਿਆ? ਸਭ ਤੋਂ ਪਹਿਲਾਂ ਕੀ ਲਿਆ ਜੀ? ਤਾਕਤ। ਯੋਧੇ ਕੀ ਮੰਗਦੇ ਨੇ? ਤਾਕਤ ਮੰਗਦੇ ਨੇ। ਦੂਜੇ ਨੰਬਰ 'ਤੇ ਆ ਗਿਆ ਜਿਹੜੇ ਵਿਕਾਰ ਭੋਗਦੇ ਨੇ। ਤੀਜੇ ਨੰਬਰ 'ਤੇ ਆ ਗਏ ਨੇ ਜਿਹੜੇ ਪਰਮਾਤਮਾ ਕੋ ਦਾਤਾਂ ਲੈ ਕੇ ਤੇ ਮੁੱਕਰ ਜਾਂਦੇ ਨੇ ਕਿ ਸਾਨੂੰ ਤਾਂ ਪਰਮਾਤਮਾ ਨੇ ਦਿੱਤਾ ਕੁਛ ਨਹੀਂ। ਮੰਨ ਲਓ ਸਾਨੂੰ ਗੱਡੀ ਮੋਟਰਸਾਈਕਲ ਮਿਲਿਆ ਅਤੇ ਗੁਆਂਢੀ ਨੂੰ ਗੱਡੀ ਮਿਲ ਗਈ ਅਤੇ ਅਸੀਂ ਆਣ ਕੇ ਪਰਮਾਤਮਾ ਨੂੰ ਗਿਲਾ ਕਰਦੇ ਹਾਂ, ਭਾਈ ਮੈਂ ਕੀ ਮਾੜਾ ਕੀਤਾ, ਮੈਂ ਤਾਂ ਰੋਜ਼ ਦਾ ਨਿਤਨੇਮੀ ਹਾਂ। ਪਰ ਇੰਨਾ ਸ਼ੁਕਰ ਨਹੀਂ ਕਰਦਾ ਕਿ ਪਰਮਾਤਮਾ ਨੇ ਮੇਰੀ ਹੈਸੀਅਤ ਮੁਤਾਬਕ ਜਿਹੜਾ ਮੈਨੂੰ ਮੋਟਰਸਾਈਕਲ ਦੇ ਦਿੱਤਾ, ਇੰਨੀ ਬੜੀ ਹੈ, ਹੋਰ ਕੀ ਚਾਹੀਦਾ। ਪਿਛਾਂਹ ਵੇਖੋ ਖਾਂ ਕਈ ਆ ਫੁੱਟਪਾਥਾਂ ਦੇ ਉੱਤੇ ਰਹਿਣ ਵਾਲੇ ਜਿਨ੍ਹਾਂ ਨੂੰ ਰੋਟੀ ਦੀ ਆਸ ਨਹੀਂ ਹੁੰਦੀ, ਉਹ ਵੀ ਤਾਂ ਤੁਰੇ ਫਿਰਦੇ ਨੇ ਨਾ ਸ਼ੁਕਰੇ ਕਈ ਐਸੇ ਨੇ ਜਿਹੜੇ ਇਹ ਸੋਚਦੇ ਨੇ ਭਾਈ ਸਾਨੂੰ ਤਾਂ ਪਰਮਾਤਮਾ ਨੇ ਦਿੱਤਾ ਹੀ ਕੁਛ ਨਹੀਂ। ਕਿਤੇ ਲੈ ਲੈ ਮੁੱਕਰ ਪਾਹੇ। ਵੇਖੋ ਫਿਰ ਮੈਂ ਬੇਨਤੀ ਕਰਾਂ, ਇਹ ਪੌੜੀ ਬੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਲ ਦੀ ਰਚੀ ਹੈ ਕਿ ਇੱਕ ਤਾਂ ਯੋਧੇ ਤਾਕਤ ਮੰਗਦੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ, ਕਈ ਵਿਕਾਰ ਭੋਗਦੇ ਨੇ, ਕਈ ਮੁੱਕਰ ਜਾਂਦੇ ਨੇ, ਅਤੇ ਕਈ ਮੂਰਖ ਜਿਹੜੇ ਨੇ ਖਾਈ ਜਾਂਦੇ ਨੇ। ਇਹ ਸਭ ਕੁਝ ਕਰਦਿਆਂ ਫਿਰ ਪਰਮਾਤਮਾ ਜਿਹੜਾ ਵਾ, ਕਿਉਂਕਿ ਕਰਮੀ ਆਪੂ ਆਪਣੀ ਕੀ ਨੇੜੇ ਕਿ ਦੂਰ। ਹੁਣ ਕਿੱਦਾਂ ਦੂਰ ਹੋ ਗਏ? ਜਿਨ੍ਹਾਂ ਨੇ ਤੇ ਇਸ ਪੌੜੀ ਦੇ ਅਨੁਸਾਰ ਜਿਨ੍ਹਾਂ ਨੇ ਵਿਕਾਰ ਭੋਗੇ, ਤਾਕਤਾਂ ਮੰਗ ਲਈਆਂ, ਮੁੱਕਰ ਗਏ ਲੈ ਲੈ ਕੇ ਦਾਤਾਂ, ਫਿਰ ਉੱਥੇ ਕੀ ਹੈਗਾ? ਦੁੱਖ ਭੂਖ। ਫਿਰ ਉਹਨਾਂ ਨੂੰ ਦੁੱਖ ਵਿਆਪਦਾ, ਫਿਰ ਉਹਨਾਂ ਨੂੰ ਭੁੱਖ ਜਿਹੜੀ ਆ ਉਹ ਸਤਾਉਂਦੀ ਹੈ। ਸਦਾ ਲਾਲਚ ਤਮਾ ਵਿੱਚ। ਹੁਣ ਰਾਜਨੀਤਿਕ ਲੋਕ ਬੜੇ ਸਾਰੇ ਇੱਕੋ ਜਿਹੇ ਨਹੀਂ ਮੈਂ ਆਖਦਾ, ਤਮਾ ਹੁੰਦੀ ਹੈ ਨਾ ਕਿ ਮੈਂ ਹਰ 5 ਸਾਲਾਂ ਬਾਅਦ ਰਾਜ ਸਤਾ ਉੱਤੇ ਬਵਾਂ। ਉਹ ਭੁੱਖ ਵਿਆਪਦੀ ਹੈ। ਕਿਸੇ ਵੀ ਚੇਅਰ ਉੱਤੇ ਬੈਠਾ ਉਹਨੂੰ ਲਾਲਚ ਹੁੰਦੀ ਹੈ ਕਿ ਇਹ ਚੇਅਰ ਜਿਹੜੀ ਮੈਥੋਂ ਖੁੱਸ ਨਾ ਜਾਏ। ਉਹਨੂੰ ਭੁੱਖ ਵਿਆਪਦੀ ਹੈ, ਸਦਾ ਉਹਦੀ ਭੁੱਖ ਹੈ। ਇਕੱਲੀ ਅਨਾਜ ਦੀ ਭੁੱਖ ਨਹੀਂ, ਕਈ ਪ੍ਰਕਾਰ ਦੀ ਭੁੱਖ ਜਿਹੜੀ ਉਹਨੂੰ ਸਤਾਉਂਦੀ ਹੈ, ਅਤੇ ਫਿਰ ਉਹ ਦੁਖੀ ਹੁੰਦਾ, ਦੁੱਖ ਭੋਗਦਾ। ਪਰ ਇੱਕ ਗੱਲ ਇੱਥੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਹੈ ਅਤੇ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ ਕਿ ਦੁੱਖ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਬਖਸ਼ਿਸ਼ ਕੀਤੀ ਕਿ ਦੁੱਖ ਦਾਰੂ ਸੁੱਖ ਰੋਗ ਭਇਆ। ਅਸਲ ਵਿੱਚ ਦੁੱਖ ਜਿਹੜਾ ਵਾ ਉਹ ਦਾਰੂ ਹੈ ਅਤੇ ਸੁੱਖ ਜਿਹੜਾ ਉਹ ਰੋਗ ਹੈ। ਹੁਣ ਕਿਸ ਤਰ੍ਹਾਂ ਹੋਵੇਗਾ? ਸੁਖੀ ਮਨੁੱਖ ਹੋਵੇ ਤਾਂ ਕਿਸ ਤਰ੍ਹਾਂ ਉਹ ਰੋਗ ਹੋ ਸਕਦਾ? ਸੁਖੀ ਮਨੁੱਖ ਤਾਂ ਬੜਾ ਖੁਸ਼ਹਾਲ ਹੈ। ਅਤੇ ਇੱਥੇ ਜਿਹੜੀ ਗੱਲ ਕੀਤੀ ਹੈ ਕਿ ਜਿਹੜੇ ਮਨੁੱਖ ਜਿਹੜੇ ਆ ਨਾ, ਜਦੋਂ ਸੁਖੀ ਹੋ ਜਾਂਦੇ ਉਹ ਪਰਮਾਤਮਾ ਨੂੰ ਭੁੱਲ ਜਾਂਦੇ। ਜਾਂ ਸੁੱਖ ਤਾਮ ਨਾ ਹੋਈ, ਉਹ ਪਰਮਾਤਮਾ ਨੂੰ ਵਿਸਾਰ ਦਿੰਦੇ। ਜਦੋਂ ਸੁਖੀ ਹੁੰਦੇ ਨੇ, ਏਸੀ ਵਿੱਚ ਬੈਠੇ ਆ, ਗੱਡੀਆਂ ਕਾਰਾਂ ਕੋਲ ਹੁੰਦੇ ਆ, ਉਹ ਸੋਚਦੇ ਸਭ ਕੁਝ ਤਾਂ ਮਿਲ ਗਿਆ।
ਉਹ ਪਰਮਾਤਮਾ ਨੂੰ ਨਹੀਂ ਯਾਦ ਕਰਦੇ। ਜੇ ਯਾਦ ਵੀ ਕਰਦੇ ਆ ਨਾ ਤੇ ਉਹ ਕੇਵਲ ਪਰਮਾਤਮਾ ਦੇ ਕੋਲੋਂ ਲੈਣ ਵਾਸਤੇ ਯਾਦ ਕਰਦੇ ਨੇ, ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ। ਬਹੁਤ ਘੱਟ ਲੋਕ ਨੇ ਜਿਹੜੇ ਸ਼ੁਕਰ ਕਰਦੇ ਹੋਣਗੇ। ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਅਸਲ ਵਿੱਚ ਜਿਹੜਾ ਦੁੱਖ ਹੈ ਉਹ ਪਰਮਾਤਮਾ ਦਾ ਚੇਤਾ ਕਰਵਾਉਂਦਾ। ਕਿਸ ਤਰ੍ਹਾਂ ਚੇਤਾ ਕਰਵਾਉਂਦਾ? ਭੱਟ ਸਾਹਿਬਾਨਾਂ ਦੇ ਸਵਈਆਂ ਵਿੱਚੋਂ ਇੱਕ ਸਵਈ ਅੰਦਰ ਭੱਟ ਸਾਹਿਬਾਨ ਬਖਸ਼ਿਸ਼ ਕਰਦੇ ਨੇ ਕਿ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਲਾਜ ਰੱਖੀ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਕਾਰੇ ਪਾਰੇ ਕਰ, ਫੁਨ ਦ੍ਰੋਪਤੀ ਲਾਜ ਰੱਖੀ। ਇੱਥੇ ਦ੍ਰੋਪਤੀ ਦਾ ਜ਼ਿਕਰ ਆਇਆ। ਜਦੋਂ ਦ੍ਰੋਪਤੀ ਨੂੰ ਭਰੀ ਕਚਹਿਰੀ ਦੇ ਵਿੱਚ ਉਹਦੇ ਵਾਲਾਂ ਤੋਂ ਘਸੀਟ ਕੇ ਖੜਿਆ ਗਿਆ ਨਾ, ਮੈਂ ਸ਼ਾਰਟ ਦੇ ਵਿੱਚ ਹੀ ਸੁਣਾਵਾਂ, ਜਦੋਂ ਘੜੀਸ ਕੇ ਵਾਲਾਂ ਦੇ ਨਾਲ ਵਾਲਾਂ ਤੋਂ ਫੜ ਕੇ ਦ੍ਰੋਪਦੀ ਨੂੰ ਭਰੀ ਸਭਾ ਦੇ ਵਿੱਚ ਖੜਿਆ ਨਾ, ਤੇ ਅਖੀਰ ਉੱਤੇ ਜਦੋਂ ਉਹਦੇ ਤਨ ਦੇ ਕੱਪੜਿਆਂ ਨੂੰ ਲਾਉਣਾ ਸ਼ੁਰੂ ਕੀਤਾ ਨਾ, ਤੇ ਪ੍ਰਮਾਤਮਾ ਨੇ ਉਹਦੀ ਲਾਜ ਰੱਖੀ, ਉਹਦੇ ਤਨ ਦੇ ਉੱਤੋਂ ਕੱਪੜਾ ਨਹੀਂ ਮੁੱਕਣ ਦਿੱਤਾ। ਤੇ ਦ੍ਰੋਪਦੀ ਭਗਤਨੀ ਸੀ ਸ੍ਰੀ ਕ੍ਰਿਸ਼ਨ ਦੀ। ਉਹਨੇ ਆਖਿਆ, ਹੇ ਕ੍ਰਿਸ਼ਨ, ਇੱਥੇ ਭੱਟ ਸਾਹਿਬਾਨਾਂ ਨੇ ਪ੍ਰਭੂ ਦੀ ਗੱਲ ਕੀਤੀ ਹੈ, ਪ੍ਰਮਾਤਮਾ ਦੀ, ਕਿ ਫੁਨ ਲਾਜ ਰੱਖੀ। ਪ੍ਰਮਾਤਮਾ ਨੇ ਹੁਣ ਦ੍ਰੋਪਦੀ ਲਾਜ ਰੱਖੀ। ਪ੍ਰਭ ਜੀ, ਪ੍ਰਭੂ ਨੇ ਦ੍ਰੋਪਦੀ ਦੀ ਲਾਜ ਰੱਖੀ, ਪੱਤ ਰੱਖੀ। ਉਹਨੇ ਪ੍ਰਮਾਤਮਾ ਨਾਲ ਗਿਲਾ ਕੀਤਾ ਕਿ ਜਦੋਂ ਮੇਰੇ ਵਾਲਾਂ ਤੋਂ ਘੜੀਸਿਆ ਨਾ, ਇਹ ਸਮਝਣਯੋਗ ਸਾਖੀ ਹੈ ਸਾਡੇ ਜੀਵਨ ਦੇ ਵਿੱਚ, ਅਸੀਂ ਇਹਨੂੰ ਢਾਲੀਏ। ਕਹਿੰਦੇ ਵੀ ਜਦੋਂ ਮੇਰੇ ਵਾਲਾਂ ਤੋਂ ਪਕੜ ਕੇ ਮੈਨੂੰ ਧੂ ਕੇ ਤੇ ਭਰੀ ਸਭਾ ਦੇ ਵਿੱਚ ਲਿਆਂਦਾ ਗਿਆ, ਤੇ ਉਦੋਂ ਹੇ ਪ੍ਰਮਾਤਮਾ, ਉਦੋਂ ਕਿਉਂ ਨਾ ਮੈਨੂੰ ਬਚਾਇਆ ਹੈ ਕ੍ਰਿਸ਼ਨ ਜੀ? ਕਹਿੰਦੇ ਕਿ ਜਦੋਂ ਅਸਲ ਵਿੱਚ ਜਦੋਂ ਤੂੰ ਮੈਨੂੰ ਯਾਦ ਕੀਤਾ ਨਾ, ਮੈਂ ਉਦੋਂ ਆ ਗਿਆ। ਆਪਣੇ ਮਨ ਅੰਦਰ ਝਾਤੀ ਮਾਰ ਕਿ ਜਦੋਂ ਤੂੰ ਤੇਰੇ ਵਾਲਾਂ ਦੇ ਵਿੱਚੋਂ ਘੜੀਸਿਆ ਤੇ ਤੂੰ ਉੱਥੇ ਜਿਹੜਾ ਸੀ ਬੈਠੇ ਹੋਏ ਬਜ਼ੁਰਗ ਭੀਸ਼ਮ ਪਿਤਾਮਾ ਜੀ, ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਰਿਸ਼ਤੇਦਾਰ ਵਿੱਚੋਂ ਇਹ ਦਾਦਾ ਲੱਗਦਾ ਸੀ। ਕਹਿੰਦੇ ਕਿ ਉਹ ਤੇਰੇ ਦਿਮਾਗ ਵਿੱਚ ਆਇਆ ਕਿ ਮੇਰੇ ਦਾਦੇ ਦੇ ਰੂਪ ਵਿੱਚ ਬੈਠੇ ਨੇ, ਮੈਨੂੰ ਬਚਾ ਲੈਣਗੇ। ਫਿਰ ਉੱਥੇ ਗੁਰੂ ਬੈਠਾ, ਦ੍ਰੋਣਾਚਾਰੀਆ। ਤੇਰੇ ਮਨ ਵਿੱਚ ਫਿਰ ਉਹਦੀ ਤਾਂਘ ਆਈ ਕਿ ਜੇ ਉਹ ਨਹੀਂ ਤੇ ਉਹ ਤੇ ਮੈਨੂੰ ਬਚਾ ਹੀ ਲਏਗਾ ਨਾ, ਨਹੀਂ ਤੇ ਮੇਰੇ ਪਤੀ ਉਹ ਤੇ ਮੈਨੂੰ ਬਚਾ ਹੀ ਲੈਣਗੇ ਨਾ। ਅਖੀਰ ਤੱਕ ਤੂੰ ਜਦੋਂ ਤਨ ਉੱਤੋਂ ਕੱਪੜਾ ਲਾਉਣ ਲੱਗੇ ਤੇ ਤੂੰ ਆਪਣੇ ਤਨ ਦੀ ਜਿਹੜੇ ਕੱਪੜੇ ਦੀ ਕੰਨੀ ਆਪਣੇ ਮੂੰਹ ਵਿੱਚ ਪਾਈ ਸੀ, ਜਦੋਂ ਖਿੱਚੀ ਤੇ ਉਹ ਪਾੜ ਗਈ। ਉਸ ਤੋਂ ਬਾਅਦ ਫਿਰ ਤੇਰੇ ਮਨ ਵਿੱਚ ਮੇਰਾ ਨਾਂ ਆਇਆ, ਮੇਰਾ ਜ਼ਿਕਰ ਆਇਆ। ਭਾਵ ਜਦੋਂ ਤੂੰ ਮੈਨੂੰ ਚੇਤੇ ਕੀਤਾ ਮੈਂ ਆ ਗਿਆ, ਤੂੰ ਪਹਿਲਾਂ ਆਸਾਂ ਜਿਹੜੀਆਂ ਸੀ ਹੋਰ ਕਿਤੇ ਲਾਈਆਂ। ਸਾਡਾ ਵੀ ਇਹੋ ਹੀ ਹਾਲ ਹੈ। ਪਹਿਲਾਂ ਸਾਡੀ ਆਸ ਕਿਸੇ 'ਤੇ ਹੁੰਦੀ ਹੈ ਕਿ ਫਲਾਣੇ ਬਾਬੇ ਕੋਲ ਜਾਵਾਂਗੇ, ਫਲਾਣੇ ਸਾਧ ਕੋਲ ਜਾਵਾਂਗੇ, ਫਲਾਣੀ ਮਜ਼ਾਰ ਦੇ ਉੱਤੇ ਮੱਥਾ ਟੇਕਾਂਗੇ। ਇਸ ਤਰ੍ਹਾਂ ਹੀ ਹੁੰਦਾ ਨਾ, ਫਲਾਣੇ ਦੀ ਆਸ ਦੇ ਉੱਤੇ ਬੈਠ ਜਾਂਦੇ ਆ। ਜੇ ਸਾਡੀ ਆਸ ਹੋਵੇ ਗੁਰੂ ਉੱਤੇ, ਪ੍ਰਮਾਤਮਾ ਉੱਤੇ, ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਫਿਰ ਉਹਦੇ ਵਾਸਤੇ ਦੁੱਖ ਦਾਰੂ ਬਣ ਜਾਂਦਾ। ਭਾਵ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ, ਤੇ ਉਹਦੇ ਵਾਸਤੇ ਜਦੋਂ ਦੁੱਖ ਉਹਦੇ ਉੱਤੇ ਆਉਂਦਾ, ਪ੍ਰਮਾਤਮਾ ਨੂੰ ਚੇਤੇ ਕਰਦਾ, ਫਿਰ ਉਹਦੀ ਲਾਜ ਰੱਖੀ ਜਾਂਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਬਖਸ਼ਿਸ਼ ਦੇ ਰੂਪ ਵਿੱਚ ਜਦੋਂ ਪ੍ਰਮਾਤਮਾ ਇਹ ਸਾਰੀਆਂ ਦਾਤਾਂ ਦਿੰਦਾ ਹੈ, ਤੇ ਫਿਰ ਉਹ ਦੁੱਖ ਤੇ ਭੁੱਖ ਉਹਨੂੰ ਵਿਆਪਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਤਾਰ। ਇੱਥੇ ਸ਼ਬਦ ਇਹ ਭੇ, ਭੱਬੇ ਨੂੰ ਸਿਹਾਰੀ, ਭੱਬੇ ਨੂੰ ਬਿਹਾਰੀ ਨਹੀਂ ਪੜ੍ਹਨਾ, ਭੀ ਨਹੀਂ ਪੜ੍ਹਨਾ, ਭੇ। ਇਹ ਭੇ ਦਾਤ ਤੇਰੀ ਦਤਾਰ। ਹੈ ਪ੍ਰਮਾਤਮਾ ਜੀਓ, ਇਹ ਸਾਰੀਆਂ ਤੇਰੀਆਂ ਹੀ ਦਾਤਾਂ ਨੇ। ਇਹ ਵਡਿਆਈਆਂ ਜਿਹੜੀਆਂ ਨੇ ਇਹ ਸਭ ਤੇਰੀਆਂ ਦਿੱਤੀਆਂ ਹੋਈਆਂ ਨੇ। ਪਰ
ਬੰਦ ਖਲਾਸੀ ਭਾਣੇ ਹੋਏ। ਇਹਦੇ ਵਿੱਚ ਜਿਹੜਾ ਮਨੁੱਖ ਵੱਜ ਜਾਂਦਾ ਨਾ ਇਹਨਾਂ ਵਿਕਾਰਾਂ ਦੇ ਵਿੱਚ, ਉਹ ਤੇਰੇ ਭਾਣੇ ਵਿੱਚ ਹੈ, ਤੇਰੇ ਹੁਕਮ ਵਿੱਚ ਹੈ, ਤੇਰੀ ਰਜ਼ਾ ਵਿੱਚ ਹੈ, ਹੋਰ ਆਖ ਨਾ ਸਕੈ ਕੋਈ। ਤੇ ਇਸ ਵੱਜੇ ਹੋਏ ਮਨੁੱਖ ਨੂੰ ਬੰਦ ਖਲਾਸੀ ਭਾਣੇ ਹੋਏ, ਇਸ ਬੰਦ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਵੱਜੇ ਹੋਏ ਮਨੁੱਖ ਨੂੰ ਕੇਵਲ ਤੂੰ ਹੀ ਖਲਾਸ ਕਰ ਸਕਦਾ, ਹੋਰ ਆਖ ਨਾ ਸਕਿਆ ਕੋਈ। ਇਹ ਦੁਨੀਆ ਦੇ ਲੋਕੋ, ਹੋਰ ਮਨੁੱਖ ਜਿਹੜਾ ਮਰਜ਼ੀ ਆਖੇ ਕਿ ਆਓ ਮੈਂ ਤੁਹਾਨੂੰ ਦੱਸਦਾ ਪਰਮਾਤਮਾ ਦੇ ਰਸਤੇ ਤੱਕ ਪਹੁੰਚਣ ਦੀ ਗੱਲ, ਆਓ ਇਸ ਸੰਸਾਰ ਦੇ ਦੁੱਖਾਂ ਤੋਂ ਮੈਂ ਤੁਹਾਡਾ ਛੁਟਕਾਰਾ ਕਰਵਾ ਦਿੰਦਾ, ਤੁਹਾਡੇ ਤਨ ਦੇ ਰੋਗ ਮੈਂ ਕਟਾ ਦਿੰਦਾ। ਕਈ ਆਖਦੇ ਹਨ ਪਰਮਾਤਮਾ ਇੱਥੇ ਕੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਹੋਰ ਆਖ ਨਾ ਸਕੈ ਕੋਈ ਉਸ ਪਰਮਾਤਮਾ ਦੀ ਵਡਿਆਈ ਜਾਂ ਉਹਦੇ ਤੁੱਲ ਦਾਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਹੋਰ ਕੋਈ ਨਹੀਂ ਇਸ ਧਰਤੀ ਦੇ ਉੱਤੇ ਜੰਮਿਆ। ਕਿਉਂਕਿ ਇਸ ਧਰਤੀ 'ਤੇ ਕੇਵਲ ਉਹੀ ਪਰਮਾਤਮਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਦੇ ਉੱਤੇ ਉਹ ਰਹਿਮਤ ਕਰਕੇ, ਜਿਸ ਦੇ ਘਰ ਹਿਰਦੇ ਘਰ ਦੇ ਅੰਦਰ ਉਹ ਬਖਸ਼ਿਸ਼ ਪਾ ਕੇ ਉਹਦੀ ਪਰਮਾਤਮਾ ਦੀ ਸਿਫਤ ਸਲਾਹ ਬਖਸ਼ ਦਿੰਦਾ ਹੈ। ਇਸ ਧਰਤੀ ਦੇ ਉੱਤੇ ਨਾਨਕ ਪਾਤਸ਼ਾਹੀ ਪਾਤਸ਼ਾਹ, ਲੋਕ ਬਾਦਸ਼ਾਹ ਬਣਨ ਵਾਸਤੇ ਤਰਸਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ ਜਿਹਦੇ ਉੱਤੇ ਰਹਿਮਤ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਉਹਨੂੰ ਆਪਣੀ ਸਿਫਤ ਤੇ ਸਲਾਹ ਬਖਸ਼ ਦੇਵੇ, ਉਹਨੂੰ ਇਸ ਧਰਤੀ ਦੇ ਉੱਤੇ ਪਾਤਸ਼ਾਹੀ ਉਸ ਪਰਮਾਤਮਾ ਦੀ ਧੁਰ ਦਰਗਾਹੋਂ ਮਿਲ ਜਾਂਦੀ ਹੈ। ਲੋਕ ਉਹਨੂੰ ਪਾਤਸ਼ਾਹ ਆਖਦੇ ਨੇ, ਉਹਦੀ ਸਲਾਹੁਣਾ ਕਰਦੇ ਨੇ ਕਿ ਇਹ ਪਰਮਾਤਮਾ ਦਾ ਬੰਦਗੀ ਕਰਨ ਵਾਲਾ ਹੈ। ਸੋ ਇਹ ਜ਼ਿਆਦਾ ਵਿਚਾਰ ਤਾਂ ਨਹੀਂ ਹੋ ਸਕਦੀ, ਸਮਾਂ ਥੋੜ੍ਹਾ ਹੁੰਦਾ ਸਾਡੇ ਕੋਲ, ਫਿਰ ਵੀ ਆਖਰੀ ਅਰਥ ਜਿਹੜੇ ਨੇ ਅਸੀਂ ਕੀਤੇ ਨੇ। ਬੜੀਆਂ ਬਖਸ਼ਿਸ਼ਾਂ ਨੇ ਜਪਜੀ ਸਾਹਿਬ ਦੇ ਅੰਦਰ। ਸਮਾਂ ਵਧੇਕ ਲੱਗਦਾ ਹੈ ਜਦੋਂ ਅਸੀਂ ਪ੍ਰਮਾਣ ਦਿੰਦੇ ਹਾਂ। ਸੋ ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੱਜ ਦੀ ਇਸ ਪੌੜੀ ਦੇ ਅੰਦਰ ਫਿਰ ਮੈਂ ਅਖੀਰ ਵਿੱਚ ਬੇਨਤੀ ਕਰਾਂ ਕਿ ਉਸ ਪਰਮਾਤਮਾ ਦੀ ਬਖਸ਼ਿਸ਼, ਬਹੁਤਾ ਕਰਮ, ਉਹਦੀ ਜਿਹੜੀ ਬਖਸ਼ਿਸ਼ ਹੈ, ਵੱਡੀ ਬਖਸ਼ਿਸ਼ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਮਾਣਿਆ ਜਾ ਸਕਦਾ ਹੈ। ਅਤੇ ਜਿਹੜਾ ਮਾਣਦਾ ਹੈ ਉਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਬਖਸ਼ਿਸ਼ ਕਰਦਾ ਹੈ, ਅਤੇ ਸਿਫਤ ਸਲਾਹ ਦੇ ਰੂਪ ਵਿੱਚ ਕਰਦਿਆਂ ਹੋਇਆਂ ਮਨੁੱਖ ਨੂੰ ਪਾਤਸ਼ਾਹੀ ਮਿਲ ਜਾਂਦੀ ਹੈ, ਜਿਹੜੀ ਗੁਰੂ ਨਾਨਕ ਦੇ ਘਰ ਵਿੱਚੋਂ ਭਾਈ ਲਹਿਣੇ ਨੇ ਲਈ ਸੀ, ਜਿਹੜੀ ਗੁਰੂ ਨਾਨਕ ਦੇ ਘਰ ਵਿੱਚੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਲਈ ਸੀ। ਅਨੇਕਾਂ ਐਸੀਆਂ ਸਾਖੀਆਂ ਮਿਲ ਜਾਂਦੀਆਂ ਹਨ। ਸੋ ਗੁਰੂ ਰਹਿਮਤ ਕਰੇ, ਸਾਨੂੰ ਵੀ ਸਾਡੀ ਝੋਲੀ ਦੇ ਵਿੱਚ ਆਪਣੀ ਬਖਸ਼ਿਸ਼, ਬਹੁਤ ਵੱਡੀ ਜਿਹੜੀ ਬਖਸ਼ਿਸ਼ ਹੈ ਆਪਣੀ ਬੰਦਗੀ ਦੀ, ਉਹ ਸਾਡੀ ਝੋਲੀ ਵਿੱਚ ਪਾ ਦੇਵੇ। ਅਸੀਂ ਇੱਕ ਇੱਕ ਗੁਣ ਵਿਹਾਨ ਕੇ ਆਪਣੇ ਅੰਦਰੋਂ ਔਗਣਾਂ ਨੂੰ ਕੱਢ